ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਬਾਣੀ ਭਗਤਾਂ ਕੀ ਤਰਲੋਚਨ, ਇਕ ਓੰਕਾਰ ਸਤਿਗੁਰ ਪ੍ਰਸਾਦ। ਨਾਰਾਇਣ ਨਿੰਦਸ ਕਾਏ ਭੂਲੀ, ਗਾਵਾਰੀ ਦੋ ਕ੍ਰਿਤ ਸੋ ਕ੍ਰਿਤ ਥਾਰੂ ਕਰਮਰੀ ਰਹਾਉ। ਸ਼ੰਕਰਾ ਮਸਤਕ ਬਸਤਾ, ਸੁਰਸਰੀ ਇਸ਼ਨਾਨ ਰੇ। ਕੁਲ ਜਨ ਮਦੇ ਮਿਲਿਓ ਸਾਰੰਗ ਪਾਨ ਰੇ। ਕਰਮ ਕਰ ਕਲੰਕ ਮਫੀਠ ਸਰੀ, विश्व का दीपक स्वामी। ताचेरे स्वार्थी पंखी राय गुरड़, ताचे बादवा कर्म कर अरण पिंगलारी। अनक पातक हरता त्रिभवन नाथरी, तीरथ तीरथ भ्रमता लह ना पाररी। कर्म कर काल कर्म कर कपाल मफीठ सरी। अमृत सस्य तेन लक्ष्मी कल्पतर, शिखर सुनागर नदी चे नाथं। कर्म कर खार मफीठ सरी। दादीले लंका गढ़, उपाड़ी ले रावण बण। साल बिसाल आन तोखले हरी। कर्म कर कछोटी मफीठ सरी। पूर्व लो कृत कर्म ना मिटै, री कर गेहण। ताचे मोहे जापियले, राम चे नाम। बदत त्रिलोचन राम जी, बदत त्रिलोचन राम जी। परम सत्कारयोग श्री गुरु ग्रंथ साहिब जी की पावन पवित्र हजूरी विच ਅੰਮ੍ਰਿਤ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਤਿਕਾਰਯੋਗ ਵਡਭਾਗੀ ਸਤ ਸੰਗੀ ਜਨੋ, ਆਓ ਕੁਝ ਸਮਾਂ ਸਤਿਗੁਰ ਜੀ ਦੀ ਪਾਵਨ ਗੁਰਬਾਣੀ ਵਿਚਾਰ ਨਾਲ ਸਾਂਝ ਪਾਈਏ। ਵਿਚਾਰਾਂ ਨਾਲ ਜੁੜਨ ਤੋਂ ਪਹਿਲਾਂ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਭਗਤ ਤਰਲੋਚਨ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਚੌਥਾ ਪਾਵਨ ਸ਼ਬਦ, ਜਿਸ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 695 ਅੰਕ ਉੱਤੇ ਸੁਭਾਈਮਾਨ ਹੈ। ਰਾਗ ਧਨਾਸਰੀ ਵਿੱਚ ਦਰਜ ਹੈ। ਭਗਤ ਤਰਲੋਚਨ ਜੀ ਨੇ ਬੜਾ ਪਿਆਰਾ ਉਪਦੇਸ਼, ਬੜਾ ਪਿਆਰਾ ਵਿਚਾਰ ਮਾਲਕ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਨੇ।
ਭਗਤ ਤਰਲੋਚਨ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਕਰਮ ਨੂੰ ਜਿਹੜਾ ਪ੍ਰਧਾਨ ਮੰਨਿਆ ਹੈ ਕਿ ਮਨੁੱਖ ਦੇ ਜੀਵਨ ਅੰਦਰ ਉਹਦੇ ਕਰਮ ਨੇ ਜਿਹੜਾ ਕਿ ਉਹਦੇ ਜੀਵਨ ਵਿੱਚ ਜੇਕਰ ਦੁੱਖ ਨੇ ਸੁੱਖ ਨੇ ਇਹ ਉਹਦੇ ਆਪਣੇ ਕਰਮਾਂ 'ਤੇ ਡਿਪੈਂਡ ਕਰਦਾ ਕਿ ਜੇਕਰ ਉਹ ਚੰਗੇ ਕਰਮ ਕਰੇਗਾ ਸੋਹਣੇ ਕਰਮ ਕਰੇਗਾ ਤੇ ਜੀਵਨ ਸੁਖੀ ਹੋਵੇਗਾ, ਜੀਵਨ ਪੁੰਨ ਵਾਲਾ ਬਣ ਜਾਵੇਗਾ। ਜੇਕਰ ਜੀਵਨ ਦੇ ਅੰਦਰ ਉਹ ਮਾੜੇ ਕਰਮ ਕਰੇਗਾ ਤੇ ਜੀਵਨ ਦੁਖੀ ਹੋਵੇਗਾ। ਤੇ ਗੁਰੂ ਪਿਆਰ ਵਾਲਿਓ, ਸਾਡੇ ਜੀਵਨ ਦੇ ਜਿਹੜੇ ਕੀਤੇ ਹੋਏ ਕੰਮਾਂ ਤੇ ਸਾਡੇ ਕੀਤੇ ਹੋਏ ਕਰਮਾਂ ਤੇ ਡਿਪੈਂਡ ਕਰਦਾ ਹੈ ਕਿ ਸਾਡਾ ਜੀਵਨ ਕਿਹੋ ਜਿਹਾ ਹੈ। ਜਿਵੇਂ ਸੰਸਾਰ ਦੇ ਅੰਦਰ ਜਿਹੜਾ ਮਨੁੱਖ ਹੈ, ਜੇ ਕੋਈ ਸੰਸਾਰ ਵਿੱਚ ਚੰਗਾ ਕੰਮ ਹੋਵੇ ਜਾਂ ਚੰਗਾ ਕੰਮ ਕੀਤਾ ਜਾਵੇ, ਕਿਸੇ ਦਾ ਭਲੇ ਵਾਲਾ ਕੰਮ ਕੀਤਾ ਜਾਵੇ, ਉਹਦਾ ਸਿਹਰਾ ਆਪਣੇ ਸਿਰ ਤੇ ਬਣਦਾ ਆ ਕਿ ਭਾਈ ਚੰਗਾ ਕੰਮ ਮੈਂ ਕੀਤਾ ਆ, ਇਹ ਭਲਾ ਮੈਂ ਕੀਤਾ ਆ, ਇਹ ਚੰਗਾ ਕੰਮ ਮੈਂ ਕੀਤਾ ਆ, ਇਹ ਸੋਹਣਾ ਕੰਮ ਮੈਂ ਕੀਤਾ ਆ। ਪਰ ਗੁਰੂ ਪਿਆਰ ਵਾਲਿਓ, ਜੇਕਰ ਕੋਈ ਜੀਵਨ ਦੇ ਵਿੱਚ ਦੁੱਖ ਆ ਜਾਣ, ਵਿਪਤਾਵਾਂ ਆ ਜਾਣ, ਮੁਸ਼ਕਲਾਂ ਆ ਜਾਣ, ਜੇਕਰ ਮਨੁੱਖ ਜੀਵਨ ਦੇ ਵਿੱਚ ਮਾੜੇ ਕੰਮ ਕਰਦਾ ਆ ਤੇ ਗੁਰੂ ਪਿਆਰ ਵਾਲਿਓ, ਉਸ ਦਾ ਸਿਹਰਾ ਜਿਹੜਾ ਮਨੁੱਖ ਰੱਬ ਦੇ ਸਿਰ ਤੇ ਬੰਨ੍ਹਦਾ ਆ, ਉਹਦਾ ਦੋਸ਼ ਰੱਬ ਨੂੰ ਦਿੰਦਾ ਆ। ਜੇ ਜੀਵਨ ਦੇ ਵਿੱਚ ਸੁੱਖ ਆ ਤੇ ਮਨੁੱਖ ਕਹਿੰਦਾ ਕਿ ਭਾਈ ਇਹ ਮੇਰੇ ਕਰਕੇ ਸੁੱਖ ਆਇਆ। ਜੇ ਜੀਵਨ 'ਚ ਦੁੱਖ ਆਉਂਦਾ ਆ ਤੇ ਮਨੁੱਖ ਕਹਿੰਦਾ ਭਾਈ ਇਹ ਰੱਬ ਨੇ ਕੀਤਾ ਮੇਰੇ ਨਾਲ, ਫਿਰ ਰੱਬ ਨੂੰ ਦੋਸ਼ ਦਿੰਦਾ ਹੈ, ਰੱਬ ਨੂੰ ਲਾਂਭੇ ਦਿੰਦਾ ਆ। ਜਿਹੜੇ ਮਾੜੇ ਕੰਮ ਆ ਇਹ ਕਹਿੰਦਾ ਭਾਈ ਰੱਬ ਨੇ ਕੀਤੇ ਆ, ਜੇ ਚੰਗਾ ਕੰਮ ਕੀਤਾ ਕਹਿੰਦੇ ਭਾਈ ਮੈਂ ਕੀਤਾ ਆ। ਹੁਣ ਮਨੁੱਖ ਦੀ ਫਿਤਰਤ ਸੁਭਾਅ ਇਹੋ ਜਿਹਾ ਹੀ ਆ। ਹੁਣ ਜੇ ਮਨੁੱਖ ਚੰਗਾ ਕੰਮ ਕਰੇ ਤੇ ਸਾਰੇ ਪਾਸੇ ਆ ਦੱਸਦਾ ਕਿ ਭਾਈ ਮੈਂ ਕੰਮ ਕੀਤਾ ਚੰਗਾ, ਤੇ ਜੇ ਮਾੜਾ ਕੰਮ ਕਰਦਾ ਹੈ ਤੇ ਫਿਰ ਮਨੁੱਖ ਕਿਸੇ ਨੂੰ ਵੀ ਜਾ ਕੇ ਨਹੀਂ ਦੱਸਦਾ। ਮਾੜੇ ਕੰਮ ਦਾ ਸਿਹਰਾ ਜਿਹੜਾ ਦੂਜੇ ਤੇ ਬਣਦਾ, ਦੂਜੇ ਨੂੰ ਦੋਸ਼ੀ ਠਹਿਰਾਉਂਦਾ ਆ, ਦੂਜੇ ਨੂੰ ਦੋਸ਼ ਦਿੰਦਾ ਆ। ਜੇ ਪੁੰਨ ਵਾਲਾ ਕੰਮ ਕੀਤਾ ਕਹਿੰਦਾ ਮੈਂ ਕੀਤਾ ਆ, ਜੇਕਰ ਪਾਪ ਵਾਲਾ ਕੰਮ ਕੀਤਾ ਕਹਿੰਦੇ ਕਿਸੇ ਦੂਸਰੇ ਨੇ ਕੀਤਾ ਆ। ਪਰ ਸਤਿਗੁਰੂ ਦੀ ਬਾਣੀ ਸਾਨੂੰ ਕੀ ਵਿਚਾਰ ਦਿੰਦੀ ਆ? ਮਾਲਿਕ ਜੀ ਕਹਿੰਦੇ ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾ ਆਪਣਿਆਂ। ਮਾਲਿਕ ਜੀ ਕਹਿੰਦੇ ਨੇ ਭਲਿਆ ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ। ਕਹਿੰਦੇ ਇਹ ਦੋਸ਼ ਤਾਂ ਤੇਰੇ ਜਿਹੜੇ ਕੀਤੇ ਹੋਏ ਕੰਮਾਂ ਦਾ ਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਤੀਜੇ ਅਵਰਜਨਾ। ਕਹਿੰਦੇ ਜਿਹੋ ਜੇ ਕੰਮ ਤੂੰ ਸੰਸਾਰ ਵਿੱਚ ਰਹਿ ਕੇ ਆਪਣੇ ਜੀਵਨ 'ਚ ਕੀਤੇ ਨੇ, ਉਹੋ ਜਿਹਾ ਤੂੰ ਫਲ ਪ੍ਰਾਪਤ ਕਰ ਲੈਣਾ ਆ। ਉਹੋ ਜਿਹਾ ਤੇਰੇ ਜੀਵਨ ਦੇ ਅੰਦਰ ਸੁੱਖ ਆਉਂਦਾ, ਦੁੱਖ ਆਉਂਦਾ ਆ। ਮਾਲਿਕ ਜੀ ਕਹਿੰਦੇ ਦੋਸ਼ ਨਾ ਦੀਜੈ ਅਵਰਜਨਾ, ਕਿ ਭਾਈ ਕਿਸੇ ਹੋਰ ਮਨੁੱਖ ਨੂੰ ਦੋਸ਼ ਨਾ ਦੇ ਕਿ ਕਿਸੇ ਹੋਰ ਮਨੁੱਖ ਨੇ ਮੇਰੇ ਜੀਵਨ 'ਚ ਦੁੱਖ ਪੈਦਾ ਕਰਤੇ, ਮੇਰੇ ਘਰ 'ਚ ਮੁਸ਼ਕਲਾਂ ਆ ਗਈਆਂ, ਮੇਰੇ ਜੀਵਨ 'ਚ ਵਿਪਤਾਵਾਂ ਆ ਗਈਆਂ। ਪਾਤਸ਼ਾਹ ਦੀ ਬਾਣੀ ਕਹਿੰਦੀ ਆ ਕਿ ਭਾਈ ਜਿਹੋ ਜਿਹੇ ਜੀਵਨ 'ਚ ਕਰਮ ਕਰੇਗਾ ਤੇਰਾ ਜੀਵਨ ਤੈਨੂੰ ਫਲ ਵੀ ਉਹੋ ਜਿਹਾ ਮਿਲਣਾ ਆ। ਹੁਣ ਸਤਿਗੁਰੂ ਦੀ ਪਾਵਨ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਜਪਜੀ ਸਾਹਿਬ ਵਿੱਚ ਆਉਂਦਾ, ਕਹਿੰਦੇ ਪੁੰਨੀ ਪਾਪੀ ਆਖਣ ਨਾਏ। ਕਹਿੰਦੇ ਪੁੰਨੀ ਜਾਂ ਪਾਪ ਨਿਰਾ ਕਹਿੰਦੇ ਨਾਮ ਨਹੀਂ ਹੈਗਾ, ਇਹ ਨਿਰਾ ਕਹਿਣ ਮਾਤਰ ਨਹੀਂ ਹੈ। ਕਹਿੰਦੇ ਇਹ ਸੱਚਮੁੱਚ ਹੀ ਤੇਰੇ ਜੀਵਨ 'ਚ ਹੈ। ਕਰ ਕਰ ਕਰਨਾ ਲਿਖ ਲੈ ਜਾਓ। ਕਹਿੰਦੇ ਜਿਹੋ ਜੇ ਕਰਮ ਤੂੰ ਕਰੇਗਾ ਉਹੋ ਜੇ ਜੀਵਨ 'ਚ ਸੰਸਕਾਰ ਜਿਹੜੇ ਉੱਕਰ ਲਵੇਂਗਾ, ਉਹੋ ਜੇ ਤੇਰੇ ਜੀਵਨ ਦੇ ਅੰਦਰ ਸੰਸਕਾਰ ਉਕਰੇ ਜਾਣੇ ਜਿਹੋ ਜੇ ਕੰਮ ਕਰੇਗਾ। ਆਪੇ ਬੀਜ ਆਪੇ ਹੀ ਖਾਹ। ਮਾਲਿਕ ਜੀ ਕਹਿੰਦੇ ਤੂੰ ਜੋ ਬੀਜੇਗਾ ਨਾ, ਮਾਲਿਕ ਜੀ ਕਹਿੰਦੇ ਉਹਦਾ ਫਲ ਵੀ ਆਪ ਹੀ ਖਾਵੇਂਗਾ। ਜੇ ਤੂੰ ਚੰਗਾ ਬੀਜੇਗਾ ਉਹਦਾ ਫਲ ਵੀ ਤੈਨੂੰ ਮਿਲਣਾ, ਜੇਕਰ ਤੂੰ ਮਾੜਾ ਬੀਜੇਗਾ ਉਹਦਾ ਫਲ ਵੀ ਮਿਲਣਾ। ਇਹਦਾ ਅਰਥ ਇਹ ਨਹੀਂ ਕਿ ਭਾਈ ਜੇ ਤੂੰ ਚੰਗਾ ਬੀਜ ਲਿਆ ਉਹਦਾ ਫਲ ਕਿਸੇ ਹੋਰ ਨੂੰ ਮਿਲ ਜਾਣਾ, ਜੇ ਤੂੰ ਮਾੜਾ ਬੀਜੇਗਾ ਤੇ ਉਹਦਾ ਫਲ ਵੀ ਕਿਸੇ ਹੋਰ ਨੂੰ ਮਿਲਣਾ। ਜੇ ਤੂੰ ਚੰਗਾ ਬੀਜੇਗਾ ਤਾਂ ਤੈਨੂੰ ਚੰਗਾ ਫਲ ਮਿਲੇਗਾ। ਨਾਨਕ ਹੁਕਮੀ ਆਵੋ ਜਾਓ। ਮਾਲਿਕ ਜੀ ਕਹਿੰਦੇ ਨੇ ਉਸੇ ਤਰ੍ਹਾਂ ਹੀ ਉਹਨਾਂ ਸੰਸਕਾਰਾਂ ਦੇ ਮੁਤਾਬਕ ਕੀਤੇ ਹੋਏ ਕੰਮਾਂ ਮੁਤਾਬਕ ਤੂੰ ਜਨਮ ਮਰਨ ਦੇ ਦੁੱਖਾਂ ਵਿੱਚ ਪਿਆ ਰਵੇਂਗਾ। ਗੁਰੂ ਪਿਆਰ ਵਾਲਿਓ, ਸਾਨੂੰ ਆਪਣੇ ਜੀਵਨ 'ਚੋਂ ਇਹ ਭੁਲੇਖਾ ਕੱਢਣਾ ਚਾਹੀਦਾ ਹੁਣ
कि भाई जेकर जीवन च दुख आ रहा आ, विपता आ रही आ, ये कोई रब ने नहीं सानू दुख दिता, ये रब ने सानू नहीं कोई विपता साडे ते पाई। क्योंकि चंगे काम का सेहरा मनुख अपने सिर ते बनता आ, चंगे काम विच अपना नाम लेंदा आ। जे कोई माड़ा दुख आ जाए कहंदा रब ने कीता आ, ये रब नूं दोषी दसदा आ, परमात्मा नूं दोषी दसदा आ। ते गुरु प्यार वाले हुण मनुख जिहड़ा जीवन च चंगे काम करे चाहे माड़े करे, ते गुरु प्यार वाले जदों मनुख जीवन के अंदर पाप वाले कर्म करदा ना, गलत काम करदा, फिर उन्हां पापां तो छुटकारा पाउण वास्ते मनुख जिहड़ा की करदा, कोई तीर्थां ते नहाउंदा आ, कोई किसी की पूजा करदा है, कोई किसी की पूजा करदा आ, कोई जिहड़ा चुब्बियां लाउंदा जाके, कोई जिहड़ा गुरु प्यार वाले कर्म कांड करदा, कोई पखंड करदा आ कि भाई मेरे जीवन चों पाप धोते जाण। क्योंकि साडे मनां विच विचारां बिठाईआं गईआं कि भाई जेकर तूं अपने जीवन चों पाप धोने आ ते तू 68 तीर्थां दे इशनान कर ला, जे जीवन चों पाप धोने आ तू भाई इहदी पूजा कर ला, तू फलाणे दी पूजा कर ला, तेरे पाप धोते जाणगे। पर गुरु प्यार वाले सतगुरु की बाणी कहती भलिया तेरे पाप इस तरह नहीं धोते जाने, पाप करें पंचां के बसरे, कहते 5 विकारां दे बस विच आके तू पाप करदा, माड़े काम करदा आ, फिर तू किसी नूं जाके पुछदा आ। मालिक जी कहते तीर्थ नहाए कहे सब उतरे, कहते किसी नूं जाके पुछदा कि मेरे पाप किवें धोते जाने आ, अगला कहता भाई तू तीर्थां 'च जाके इशनान कर ला, तेरे पाप धोते जाणगे। पर मालिक जी की बाणी सानू होर ही कुछ कह रही है। पातशाह कहते जिहड़े तू जीवन च पाप कीते ना, ये तू अपने कमां करके कीते आ ते इनू धोना आ, ते जे तू चंगे काम करेगा तेरे पाप भी धोते जाणगे, निर्मल कर्म भी करेगा। हुण मनुख की चाहुंदा आ, मनुख कहता आ कि भाई मैं पाप भी करा जावां, मैं गलत काम भी करी जावां ते मेरे पाप भी धोते जाण, पर मैं अपने मन नूं साफ ना रखां। मनुख का सुभाव है, कहता मैं पाप करके मैं तीर्थां ते जाके इशनान कर लवां ते इहदे मन च भुलेखा कि भाई मेरे पाप धोते जाणगे, इस करके दोबारा फिर ये पाप वाले काम करता है। क्योंकि इन्हें सौखा तरीका लभ गया कि भाई पाप करो, गलत काम करो तो जाके इशनान कर लो, तेरे पाप धोते जाणगे। पर मन नहीं बदलिया, सोच नहीं बदली, सोच जिहड़ी ओहो जी आ, पापां वाली आ, शरीर धो लिया। तो गुरु साहब कहते साध भले अणनातियां चोर से चोरा चोर, कहते जिहड़ा भला मनुख हुंदा ना, चंगा मनुख हुंदा, कहते उन्होंने 68 तीर्थां ते इशनान करन दी लोड़ नहीं हुंदी, ਉਹ ਨਹਾਉਣ ਤੋਂ ਬਿਨਾਂ ਵੀ ਕਹਿੰਦੇ ਚੰਗਾ ਆ, ਸੋਹਣਾ ਆ। ਪਰ ਕਹਿੰਦੇ ਜਿਹੜਾ ਚੋਰ ਹੁੰਦਾ ਨਾ, ਚੋਰ ਬਿਰਤੀ ਵਾਲਾ ਚੋਰ ਹੁੰਦਾ, ਉਹ ਕਹਿੰਦੇ ਭਾਵੇਂ 68 ਤੀਰਥਾਂ ਤੇ ਜਾ ਕੇ ਵੀ ਨਹਾ ਲਵੇ, ਉਹ ਫਿਰ ਵੀ ਬੰਦਾ ਚੋਰ ਹੀ ਰਹਿੰਦਾ ਆ। ਉਹ ਨਹਾ ਕੇ ਵੀ ਫਿਰ ਵੀ ਚੋਰੀਆਂ ਕਰਦਾ, ਲੋਕਾਂ ਦੀਆਂ ਜੇਬਾਂ ਕੱਟਦਾ ਆ, ਕਿਉਂਕਿ ਉਹਦੀ ਸੋਚ ਗੰਦਲੀ ਆ, ਉਹ ਕਰਮ ਉਹੋ ਜਿਹੇ ਕਰ ਰਿਹਾ ਆ, ਉਹਦੀ ਸੋਚ ਇਹੋ ਜਿਹੀ ਬਣੀ ਹੋਈ ਆ। ਤੇ ਇੱਥੇ ਭਗਤ ਤਲੋਚਨ ਜੀ ਜਿਹੜੀ ਸਾਨੂੰ ਅੱਜ ਵਿਚਾਰ ਦੇ ਰਹੇ ਨਾ ਗੁਰੂ ਪਿਆਰ ਵਾਲੇ, ਉਹ ਬੜੇ ਧਿਆਨ ਦੇ ਨਾਲ ਸਮਝਣ ਵਾਲੀ ਆ। ਇਸ ਪਾਵਨ ਸ਼ਬਦ ਦੇ ਅੰਦਰ ਭਗਤ ਤਲੋਚਨ ਜੀ ਨੇ 5 ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ 5 ਉਦਾਹਰਨਾਂ ਦਿੱਤੀਆਂ ਨੇ, ਤੇ ਉਹਨਾਂ 5 ਉਦਾਹਰਨਾਂ ਦੇ ਵਿੱਚ ਜਿਹੜੀਆਂ ਪੁਰਾਣਾ ਜਿਹੜੀਆਂ ਕਥਾਵਾਂ ਨੇ, ਸਾਖੀਆਂ ਨੇ, ਹਿੰਦੂ ਮਤ ਦੀਆਂ ਕਥਾ ਕਹਾਣੀਆਂ ਨੇ, ਉਹਨਾਂ ਵਿੱਚੋਂ ਉਦਾਹਰਨਾਂ ਲਈਆਂ ਨੇ। क्योंकि भगत त्रिलोचन जी ब्राह्मण जाति के नाल संबंधित सन। उन्होंने ये 6 शास्त्र, 4 वेद, 27 सिमरतियाँ, इन्हां ग्रंथां नूं पढ़िया होवेगा। हिंदू मत दे नाल उन्होंने इन्हां ग्रंथां नूं पढ़िया होवेगा, विचारिया होवेगा। इस करके उन्होंने इन्हां विचों ही सानूं उदाहरणां दित्तियां, समझाइयां। मालिक जी कहते ने नारायण निंदस काए भूली गवारी, कहते हे भुल्लड़ मूर्ख जिंदे तू परमात्मा नूं क्यों दोष दिंदी आ। नारायण निंदस, नारायण का अर्थ परमात्मा, निंदस तू परमात्मा की निंदिया क्यों करती, तू परमात्मा नूं दोष क्यों दिंदी आ, तू अकाल पुरख नूं माड़ा क्यों आखदी, उहनूं दोष क्यों दिंदी। इस गल दा दो कृत सो कृत थारो कर्मरी, कहते पाप पुन तेरा अपना कीता होया कर्म है,
ਇਹ ਤੇਰੇ ਜੀਵਨ 'ਚ ਜੇ ਪਾਪ ਆ ਉਹ ਵੀ ਤੇਰਾ ਆਪਣੇ ਕੀਤੇ ਹੋਏ ਕੰਮਾਂ ਦੇ ਮੁਤਾਬਕ ਆ, ਜੇਕਰ ਤੇਰੇ ਜੀਵਨ 'ਚ ਪੁੰਨ ਆ ਤੇ ਉਹ ਵੀ ਤੇਰੇ ਆਪਣੇ ਕੀਤੇ ਹੋਏ ਕੰਮਾਂ ਦੇ ਮੁਤਾਬਕ ਆ। ਮਾਲਕ ਜੀ ਕਹਿੰਦੇ ਜਿਸ ਕਰਕੇ ਤੈਨੂੰ ਜੀਵਨ 'ਚ ਦੁੱਖ ਸਹਾਰਨਾ ਪੈਂਦਾ ਆ। ਭਗਤ ਤਰਲੋਚਨ ਜੀ ਜਿਹੜੀ ਵਿਚਾਰ ਦੇਣਾ ਚਾਹੁੰਦੇ ਆ ਉਹ ਇਹ ਆ ਕਿ ਭਾਈ ਤੇਰੇ ਜੀਵਨ 'ਚ ਜਿਹੜੇ ਦੁੱਖ ਆ, ਸੁੱਖ ਆ, ਚਾਹੇ ਪਾਪ ਆ, ਪੁੰਨ ਆ, ਇਹ ਰੱਬ ਨਹੀਂ ਪੈਦਾ ਕਰਦਾ। ਇਹ ਤੂੰ ਆਪਣੇ ਜੀਵਨ 'ਚ ਜਿੱਦਾਂ ਦੇ ਕੰਮ ਕਰੇਗਾ ਨਾ ਤੈਨੂੰ ਉੱਦਾਂ ਦਾ ਫਲ ਮਿਲਣਾ ਆ। ਇਹ ਤੇਰੇ ਕਰਮਾਂ 'ਤੇ ਡਿਪੈਂਡ ਕਰਦਾ ਆ, ਤੇਰੇ ਕਰਮ ਕਿਹੋ ਜਿਹੇ ਆ। ਜਿਵੇਂ ਮਨੁੱਖ ਕਈ ਵਾਰੀ ਕਹਿੰਦਾ ਕਿ ਭਾਈ ਹੁਣ ਮਨੁੱਖ ਦੇ ਜੀਵਨ 'ਚ ਦੁੱਖ ਆਉਣ, ਵਿਪਤਾਵਾਂ ਆਉਣ, ਜਿਵੇਂ ਅਸੀਂ ਕਹਿੰਦੇ ਭਾਈ ਪਿਛਲੇ ਜਨਮਾਂ ਦੇ ਕਰਮ ਲਿਖੇ ਹੋਏ ਆ, ਇਹ ਸਾਡੇ ਕਿਸਮਤ ਮਾੜੀ ਆ ਜਾਂ ਇਸ ਤਰ੍ਹਾਂ ਆ, ਬੜੀਆਂ ਤਰ੍ਹਾਂ ਦੇ ਵਿਚਾਰਾ ਕਰਦਾ ਹੈ। ਪਰ ਮਾਲਿਕ ਜੀ ਕਹਿੰਦੇ ਤੇਰੇ ਆਪਣੇ ਕੀਤੇ ਹੋਏ ਕੰਮਾਂ ਦੇ ਇਹ ਫਲ ਤੈਨੂੰ ਮਿਲ ਰਹੇ ਆ, ਇਹਦੇ ਵਿੱਚ ਰੱਬ ਦਾ ਕੋਈ ਦੋਸ਼ ਨਹੀਂ। ਤੂੰ ਰੱਬ ਨੂੰ ਦੋਸ਼ ਨਾ ਦੇ ਕੇ ਭਾਈ ਮੇਰੇ 'ਚ ਜੀਵਨ 'ਚ ਦੁੱਖ ਆ ਗਿਆ, ਰੱਬ ਨੇ ਮੇਰੇ ਘਰ 'ਚ ਦੁੱਖ ਭੇਜ ਦਿੱਤਾ, ਮੇਰੇ 'ਤੇ ਵਿਪਤਾ ਪਾ ਦਿੱਤੀ ਆ। ਹੁਣ ਮਨੁੱਖ ਇਹਨਾਂ ਪਾਪ ਤੇ ਇਸ ਪੁੰਨ ਨੂੰ ਕਹਿੰਦੇ ਇਸ ਪਾਪਾਂ ਵਾਲੇ ਕੰਮਾਂ ਨੂੰ ਖਤਮ ਕਰਨ ਵਾਸਤੇ ਮਨੁੱਖ ਕੀ ਕਰਦਾ? ਮਨੁੱਖ ਜਿਹੜਾ ਜੀਵਨ 'ਚ ਦੇਵੀ ਦੇਵਤਿਆਂ ਦੀ ਪੂਜਾ ਕਰਦਾ, ਕੋਈ ਕਿਸੇ ਮੂਰਤੀ ਦੀ ਪੂਜਾ ਕਰਦਾ, ਕੋਈ ਤੀਰਥਾਂ ਦੇ ਇਸ਼ਨਾਨ ਕਰਦਾ ਆ। ਮਨੁੱਖ ਦੇ ਮਨ ਵਿੱਚ ਕੀ ਆ? ਕਹਿੰਦਾ ਜੇਕਰ ਮੈਂ ਇਹਨਾਂ ਦੀ ਪੂਜਾ ਕਰਾਂਗਾ, ਮੈਂ ਤੀਰਥਾਂ ਦੇ ਇਸ਼ਨਾਨ ਕਰਾਂਗਾ ਤਾਂ ਮੇਰੇ ਪਾਪ ਧੋਤੇ ਜਾਣਗੇ। ਹੁਣ ਭਗਤ ਤਰਲੋਚਨ ਜੀ ਨੇ ਸਾਡੇ ਸਾਹਮਣੇ ਉਦਾਹਰਨਾਂ ਰੱਖੀਆਂ। ਕਹਿੰਦੇ ਜਿਨ੍ਹਾਂ ਨੂੰ ਲੋਕ ਭਗਵਾਨ ਮੰਨ ਕੇ ਪੂਜਾ ਕਰਦੇ ਆ, ਜਿਨ੍ਹਾਂ ਦੀ ਸੰਸਾਰ ਵਿੱਚ ਬੜੀ ਮਹਾਨਤਾ ਆ, ਕਹਿੰਦੇ ਉਹ ਆਪ ਭਟਕਦੇ ਫਿਰਦੇ ਆ, ਤੇਰਾ ਜੀਵਨ ਦਾ ਕੀ ਸਵਾਰਨਗੇ? ਤੇਰੇ ਜੀਵਨ 'ਚ ਸ਼ਾਂਤੀ ਕਿਵੇਂ ਆ ਜਾਵੇਗੀ? ਕਹਿੰਦੇ ਉਹ ਆਪ ਪਾਪ ਪੁੰਨ ਵਾਲੇ ਕੰਮਾਂ ਵਿੱਚ ਪਏ ਹੋਏ ਆ। ਜਿਨ੍ਹਾਂ ਨੂੰ ਸੰਸਾਰ ਦੇ ਅੰਦਰ ਲੋਕ ਭਗਵਾਨ ਮੰਨਦੇ ਆ, ਜਿਨ੍ਹਾਂ ਨੂੰ ਲੋਕ ਪੂਜਾ ਕਰਦੇ ਆ, ਕਹਿੰਦੇ ਉਹ ਆਪ ਇਹੋ ਜਿਹੇ ਜੀਵਨ ਬਣਿਆ ਹੋਇਆ। ਤੇ ਗੁਰੂ ਪਿਆਰ ਵਾਲਿਓ, ਇਹਨਾਂ ਦੀਆਂ ਕਥਾਵਾਂ ਵਿੱਚ, ਇਹਨਾਂ ਦੀਆਂ ਸਾਖੀਆਂ ਵਿੱਚ ਇਹ ਕੁਝ ਲਿਖਿਆ ਹੋਇਆ। 6 ਸ਼ਾਸਤਰ, 27 ਸਿਮਰਤੀਆਂ, 4 ਵੇਦ, ਇਹਨਾਂ ਗ੍ਰੰਥਾਂ ਵਿੱਚ ਇਹ ਕਥਾਵਾਂ ਲਿਖੀਆਂ ਹੋਈਆਂ ਨੇ ਕਿ ਭਾਈ ਉਹਨਾਂ ਦੀਆਂ ਕਥਾ ਕਹਾਣੀਆਂ ਦੇ ਮੁਤਾਬਕ ਜੋ ਕਹਿੰਦੇ ਨੇ ਗੁਰਬਾਣੀ ਨੇ ਸਿਰਫ ਸਾਡੇ ਸਾਹਮਣੇ ਭਗਤ ਤਰਲੋਚਨ ਜੀ ਨੇ ਉਦਾਹਰਨਾਂ ਰੱਖੀਆਂ ਨੇ ਕਿ ਭਾਈ ਇਹ ਤਾਂ ਆਪ ਜਿਨ੍ਹਾਂ ਦੀ ਤੂੰ ਪੂਜਾ ਕਰਦਾ ਆ ਕਿ ਭਾਈ ਮੇਰੇ ਪਾਪ ਧੋਤੇ ਜਾਣਗੇ, ਮਾਲਿਕ ਜੀ ਕਹਿੰਦੇ ਉਹ ਤਾਂ ਆਪ ਭਟਕਦੇ ਫਿਰਦੇ ਆ, ਤੇਰਾ ਕੀ ਸਵਾਰ ਦੇਣਗੇ। ਕਹਿੰਦੇ ਸ਼ੰਕਰਾ ਮਸਤਕ ਬਸਤਾ, ਪਹਿਲੀ ਉਦਾਹਰਨ ਦਿੰਦੇ ਨੇ ਸ਼ੰਕਰਾ ਮਸਤਕ ਬਸਤਾ। ਸ਼ੰਕਰਾ ਕਹਿੰਦੇ ਆ ਸ਼ਿਵ ਜੀ, ਮਸਤਕ ਮੱਥਾ। ਕਹਿੰਦੇ ਹੇ ਮੇਰੀ ਇਹ ਜਿੰਦੇ ਵੇਖ, ਕਹਿੰਦੇ ਜਿਹੜਾ ਚੰਦਰਮਾ ਨਾ ਉਹ ਸ਼ਿਵ ਜੀ ਦੇ ਮੱਥੇ ਉੱਤੇ ਵਸਦਾ ਆ। ਤੁਸੀਂ ਵੇਖੀ ਹੋਗੀ ਤਸਵੀਰ, ਚੰਦਰਮਾ ਜਿਹੜਾ ਸ਼ਿਵ ਜੀ ਦੇ ਮੱਥੇ ਤੇ ਹੁੰਦਾ ਆ। ਕਹਿੰਦੇ ਜਿਹੜਾ ਚੰਦਰਮਾ ਆ, ਹੁਣ ਚੰਦਰਮਾ ਨੂੰ ਵਿੱਚ ਇਹ ਵੀ ਇੱਕ ਦੇਵਤਾ ਆ, ਇਹਨੂੰ ਇਹਦੀ ਚੰਦਰਮਾ ਦੀ ਵੀ ਪੂਜਾ ਕੀਤੀ ਜਾਂਦੀ ਆ, ਸ਼ਿਵ ਜੀ ਵੀ ਦੇਵਤਾ, ਇਹਨਾਂ ਦੀ ਵੀ ਪੂਜਾ ਕੀਤੀ ਜਾਂਦੀ ਆ। ਕਹਿੰਦੇ ਹੇ ਮੇਰੀ ਇਹ ਜਿੰਦੇ ਵੇਖ, ਚੰਦਰਮਾ ਕਹਿੰਦੇ ਭਾਵੇਂ ਸ਼ਿਵ ਜੀ ਦੇ ਮੱਥੇ ਉੱਤੇ ਵਸਦਾ ਆ। ਸੁਰਸਰੀ ਇਸ਼ਨਾਨ ਰੇ, ਸੁਰਸਰੀ ਦਾ ਅਰਥ ਹੁੰਦਾ ਗੰਗਾ। ਕਹਿੰਦੇ ਨਿਤ ਹਰ ਰੋਜ਼ ਗੰਗਾ ਦੇ ਵਿੱਚ ਇਸ਼ਨਾਨ ਕਰਦਾ ਆ। ਗੰਗਾ ਕਿਵੇਂ? ਹੁਣ ਕਹਿੰਦੇ ਸ਼ਿਵ ਜੀ ਦੇ ਜਟਾਂ ਦੇ ਵਿੱਚੋਂ ਕਹਿੰਦੇ ਗੰਗਾ ਫੁੱਟਦੀ ਆ, ਉੱਥੋਂ ਗੰਗਾ ਨਿਕਲਦੀ ਆ ਤੇ ਮੱਥੇ ਤੇ ਕਹਿੰਦੇ ਚੰਦਰਮਾ ਵਸਦਾ ਆ, ਮੱਥੇ ਤੇ ਚੰਦਰਮਾ। ਇਸ ਕਰਕੇ ਉਹ 24 ਘੰਟੇ ਹਰ ਵੇਲੇ ਗੰਗਾ ਦੇ ਵਿੱਚ ਇਸ਼ਨਾਨ ਕਰਦਾ ਆ, ਕਿਉਂਕਿ ਗੰਗਾ ਨੂੰ ਪਵਿੱਤਰ ਮੰਨਿਆ ਗਿਆ ਉਹਨਾਂ ਦੇ ਮਤ ਦੇ ਅੰਦਰ। ਕਹਿੰਦੇ ਜਿਹੜਾ ਗੰਗਾ 'ਚ ਇਸ਼ਨਾਨ ਕਰ ਲਵੇਗਾ ਉਹਦੇ ਪਾਪ ਧੋਤੇ ਜਾਣਗੇ ਉਹਨਾਂ ਦੇ ਮੁਤਾਬਕ। ਪਰ ਗੁਰਬਾਣੀ ਇਸ ਵਿਚਾਰ ਨਾਲ ਸਹਿਮਤ ਨਹੀਂ ਹੈ। ਤੇ ਗੁਰੂ ਪਿਆਰ ਵਾਲਿਓ, ਕਹਿੰਦੇ ਹੇ ਮੇਰੀ ਇਹ ਜਿੰਦੇ ਵੇਖ, ਚੰਦਰਮਾ ਕਹਿੰਦੇ ਭਾਵੇਂ ਸ਼ਿਵ ਜੀ ਦੇ ਮੱਥੇ ਉੱਤੇ ਵਸਦਾ ਆ। ਕਹਿੰਦੇ ਹਰ ਰੋਜ਼ ਗੰਗਾ ਵਿੱਚ ਇਸ਼ਨਾਨ ਕਰਦਾ ਆ। ਕੁਲ ਜਨ ਮੱਧੇ ਮਿਲਿਓ ਸਾਰਗ ਪਾਨ ਰੇ। ਕਹਿੰਦੇ ਉਸੇ ਕੁਲ ਵਿੱਚ ਹੀ, ਹੁਣ ਇਸ ਚੰਦਰਮਾ ਦੀ ਇਸੇ ਦੇ ਕੁਲ ਵਿੱਚ ਕਹਿੰਦੇ ਵਿਸ਼ਨੂੰ ਜੀ ਨੇ ਕ੍ਰਿਸ਼ਨ ਰੂਪ ਧਾਰ ਕੇ ਜਨਮ ਲਿਆ। ਹੁਣ ਇਹਨਾਂ ਦੀ ਕੁਲ ਵਿੱਚ ਵਿਸ਼ਨੂੰ ਵੀ ਆ, ਇਹਨਾਂ ਦੀ ਕੁਲ ਵਿੱਚ ਹੀ ਕਹਿੰਦੇ ਕ੍ਰਿਸ਼ਨ ਜੀ ਨੇ ਜਨਮ ਲਿਆ, ਉਹਨਾਂ ਦਾ ਜਨਮ ਹੋਇਆ। ਪਰ ਮਾਲਿਕ ਜੀ ਕਹਿੰਦੇ ਨੇ ਕਰਮ ਕਰ ਕਲੰਕ ਮਫੀਟਸਰੀ। ਮਫੀਟਸ ਹੁੰਦਾ ਆ ਨਾ ਫਿੱਟਿਆ, ਭਾਵ ਕਿ ਨਹੀਂ ਹਟਿਆ। ਕਹਿੰਦੇ ਆਪਣੇ ਕੀਤੇ ਕਰਮਾਂ ਦੇ ਕਰਕੇ ਚੰਦਰਮਾ ਦਾ ਜਿਹੜਾ ਦਾਗ ਕਹਿੰਦੇ ਹਟਿਆ ਨਹੀਂ। ਚੰਦਰਮਾ ਦਾ ਜਿਹੜਾ ਪਾਪ ਧੋਤਾ ਨਹੀਂ ਗਿਆ, ਦਾਗ ਨਹੀਂ ਹਟਿਆ। ਉਹ ਦਾਗ, ਉਹ ਕਲੰਕ ਕੀ ਸੀਗਾ? ਉਹ ਕਲੰਕ ਇਹ ਸੀ ਕਿ ਇਸ ਚੰਦਰਮਾ ਨੇ, ਕਿਉਂਕਿ
ਜਿਹੜਾ ਗੌਤਮ ਰਿਸ਼ੀ ਸੀ ਉਹਦੀ ਇਸਤਰੀ ਦਾ ਸਤ ਭੰਗ ਕੀਤਾ ਸੀ ਤੇ ਇਸ ਚੰਦਰਮਾ ਨੇ ਉਸ ਬ੍ਰਹਮਾ ਦੀ ਜਿਹੜੀ ਮਦਦ ਕੀਤੀ ਸੀ ਇਸ ਮਾੜੇ ਕੰਮ ਵਿੱਚ, ਉਹਦੀ ਮਦਦ ਕੀਤੀ ਸੀ ਚੰਦਰਮਾ ਨੇ। ਇਸ ਕਰਕੇ ਗੌਤਮ ਰਿਸ਼ੀ ਨੇ ਕਹਿੰਦੇ ਇਹਨੂੰ ਸ਼ਰਾਪ ਦੇ ਦਿੱਤਾ ਸੀਗਾ। ਤਾਂ ਕਰਕੇ ਚੰਦਰਮਾ ਜਿਹੜਾ ਦਾਗੀ ਹੋ ਗਿਆ, ਇਹਨੂੰ ਕਲੰਕ ਲੱਗ ਗਿਆ। ਤੇ ਭਗਤ ਤ੍ਰਿਲੋਚਨ ਜੀ ਕਹਿੰਦੇ ਭਾਈ ਜਿਨ੍ਹਾਂ ਦੀ ਤੂੰ ਆਪਣੇ ਪਾਪ ਪੁੰਨ ਧੋਣ ਵਾਸਤੇ ਜਿਨ੍ਹਾਂ ਦੀ ਤੂੰ ਪੂਜਾ ਕਰਦਾ, ਕਹਿੰਦੇ ਉਹ ਤਾਂ ਆਪ ਖੁਦ ਦਾਗੀ ਹੋਏ ਬੈਠੇ ਨੇ। ਕਹਿੰਦੇ ਉਹਨਾਂ ਦਾ ਜੀਵਨ ਦਾ ਕੁਝ ਸਫਰਿਆ ਨਹੀਂ। ਅੱਗੇ ਕਹਿੰਦੇ ਦੂਸਰੀ ਉਦਾਹਰਨ ਦਿੰਦੇ ਨੇ, ਵਿਸ਼ਵ ਕਾ ਦੀਪਕ ਸੁਆਮੀ, ਕਹਿੰਦੇ ਸਾਰੇ ਜਗਤ ਦਾ ਜਿਹੜਾ ਦੀਪਕ ਭਾਵ ਕਿ ਸੂਰਜ। ਹੁਣ ਵੇਖੋ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਕਹਿੰਦੇ ਸੂਰਜ ਜਿਹੜਾ ਨਾ ਉਸ ਦਾ ਸੁਆਮੀ ਆ। ਕਿਹਦਾ ਸੁਆਮੀ? ਅਰੁਣ। ਉਰਨ ਜਿਹੜਾ ਇੱਕ ਦੇਵਤਾ ਹੋਇਆ ਉਰਨ, ਕਹਿੰਦੇ ਉਰਨ ਹੁਣ ਉਰਨ ਦੀ ਜੀਵਨ ਦੀ ਮਿਸਾਲ ਦਿੰਦੇ ਆ। ਕਹਿੰਦੇ ਵੇਖ ਉਰਨ ਦੇ ਜੀਵਨ ਬਾਰੇ, ਕਹਿੰਦੇ ਸਾਰੇ ਜਗਤ ਦਾ ਜਿਹੜਾ ਸੁਆਮੀ ਹੈ, ਜਿਹੜਾ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਸੂਰਜ। ਹੁਣ ਸੂਰਜ ਵੀ ਇੱਕ ਦੇਵਤਾ ਆ, ਸੂਰਜ ਦੀ ਵੀ ਲੋਕ ਪੂਜਾ ਕਰਦੇ ਆ। ਕਹਿੰਦੇ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਜਿਹੜਾ ਸੂਰਜ ਉਹਦਾ ਸੁਆਮੀ ਆ। ਕਿਹਦਾ? ਉਰਨ ਦਾ। ਅੱਗੇ ਕਹਿੰਦੇ ਤਾ ਚੇਰੇ ਸਵਾਰਥੀ, ਕਹਿੰਦੇ ਉਹ ਸੂਰਜ ਦਾ ਰਥਵਾਹੀ ਹੈ, ਭਾਵ ਕਿ ਰੱਥ ਚਲਾਉਣ ਵਾਲਾ ਰਥਵਾਹੀ। ਕਹਿੰਦੇ ਇਹ ਸੂਰਜ ਦਾ ਰਥਵਾਹੀ ਹੈ। ਜਿਵੇਂ ਗੱਡੀ ਚਲਾਉਣ ਵਾਲਾ ਡਰਾਈਵਰ ਹੁੰਦਾ ਨਾ, ਇਵੇਂ ਰੱਥ ਚਲਾਉਣ ਵਾਲੇ ਨੂੰ ਰਥਵਾਹੀ ਕਿਹਾ ਜਾਂਦਾ ਆ। ਕਹਿੰਦੇ ਇਹ ਸੂਰਜ ਦਾ ਰਥਵਾਹੀ ਹੈ। ਕੌਣ? ਅਰੁਣ। ਅੱਗੇ ਕਹਿੰਦੇ ਪੰਖੀ ਰਾਏ ਗੁਰੜ। ਹੁਣ ਜਿਹੜਾ ਗੁਰੜ ਕੀ ਆ? ਗੁਰੜ ਗੁਰੂ ਪਿਆਰ ਵਾਲਿਓ, ਗੁਰੜ ਇੱਕ ਪੰਛੀ ਆ। ਹਿੰਦੂ ਮਤ ਦੇ ਅਨੁਸਾਰ ਇਹਨਾਂ ਦੀਆਂ ਜਿਹੜੀਆਂ ਕਹਾਣੀਆਂ, ਇਹਨਾਂ ਦੇ ਮੁਤਾਬਕ ਕਹਿੰਦੇ ਇੱਕ ਪੰਛੀ ਆ ਗੁਰੜ, ਉਹਨੂੰ ਪੰਛੀਆਂ ਦਾ ਰਾਜਾ ਮੰਨਿਆ ਜਾਂਦਾ। ਉਹ ਗੁਰੜ ਜਿਹੜਾ ਨਾ ਉਹਦਾ ਅੱਧਾ ਸਰੀਰ ਮਨੁੱਖਾਂ ਵਾਲਾ ਆ ਤੇ ਅੱਧਾ ਸਰੀਰ ਪੰਛੀਆਂ ਵਾਲਾ ਆ। ਉਹਨੂੰ ਸਾਰੇ ਪੰਛੀਆਂ ਦਾ ਰਾਜਾ ਮੰਨਿਆ ਜਾਂਦਾ ਇਹਨਾਂ ਦੀ ਕਹਾਣੀਆਂ ਦੇ ਮੁਤਾਬਕ। ਤੇ ਗੁਰੂ ਪਿਆਰ ਵਾਲੇ ਮਾਲਿਕ ਜੀ ਕਹਿੰਦੇ ਪੰਖੀ ਰਾਏ ਗੁਰੜ ਤਾਚੇ ਬਾਦਵਾ, ਕਹਿੰਦੇ ਪੰਛੀਆਂ ਦਾ ਰਾਜਾ ਜਿਹੜਾ ਗੁਰੜ, ਉਸ ਦਾ ਕਹਿੰਦੇ ਅਰੁਣ ਦਾ ਕੀ ਆ? ਰਿਸ਼ਤੇਦਾਰ। ਕਹਿੰਦੇ ਉਰਨ ਦਾ ਜਿਹੜਾ ਇਹ ਵੱਡਾ ਭਰਾ ਆ। ਹੁਣ ਵੇਖੋ ਕਹਿੰਦੇ ਉਰਨ ਜਿਹੜਾ ਹੈ ਉਹਦੀ ਸਾਂਝ ਕਿਹਦੇ ਨਾਲ? ਕਹਿੰਦੇ ਸੂਰਜ ਦੇਵਤਾ ਜਿਹੜਾ ਸਾਰੇ ਜਗਤ ਨੂੰ ਚਾਨਣ ਦਿੰਦਾ ਆ। ਨੰਬਰ 2 ਉੱਤੇ ਕਹਿੰਦੇ ਉਰਨ ਉਹਦਾ ਰਥਵਾਈ ਆ, ਰੱਥ ਚਲਾਉਣ ਵਾਲਾ। ਕਹਿੰਦੇ ਨੰਬਰ 3 ਤੇ ਜਿਹੜਾ ਗੁਰੜਾ ਉਹਦਾ ਰਿਸ਼ਤੇਦਾਰ ਆ, ਜਿਹੜਾ ਪੰਛੀਆਂ ਦਾ ਰਾਜਾ, ਜਿਹੜਾ ਸਭ ਤੋਂ ਵੱਡਾ ਮੰਨਿਆ ਜਾਂਦਾ। ਗੁਰੜ ਦੇਵਤੇ ਦੀ ਵੀ ਪੂਜਾ ਕੀਤੀ ਜਾਂਦੀ ਆ। ਅੱਗੇ ਕਹਿੰਦੇ ਕਰਮ ਕਰ ਅਰੁਣ ਪਿੰਗਲਾਰੀ, ਪਰ ਮਾਲਿਕ ਜੀ ਕਹਿੰਦੇ ਹੇ ਘਰ ਗਹਿਣ, ਕਹਿੰਦੇ ਆਪਣੇ ਕਰਮਾਂ ਕਰਕੇ ਉਰਨ ਜਿਹੜਾ ਅਜੇ ਵੀ ਪਿੰਗਲਾ ਹੀ ਰਿਹਾ। ਅਰੁਣ ਦੀ ਕਹਿੰਦੇ ਸਾਂਝ ਏਡੇ ਵੱਡੇ ਦੇਵਤਿਆਂ ਨਾਲ ਆ, ਕਹਿੰਦੇ ਉਹ ਵੀ ਇਹਨੂੰ ਸਹੀ ਨਹੀਂ ਕਰ ਸਕੇ। ਕਹਿੰਦੇ ਉਹ ਅਜੇ ਵੀ ਕਹਿੰਦੇ ਪਿੰਗਲਾ ਹੀ ਆ ਆਪਣੇ ਕੰਮਾਂ ਕਰਕੇ। ਮਾਲਿਕ ਜੀ ਕਹਿੰਦੇ ਤੇਰੇ ਪਾਪ ਵੀ ਜਿਹੜੇ ਤੂੰ ਕੀਤੇ ਹੋਏ ਨਾ, ਇਹ ਤੂੰ ਚੰਗੇ ਕੰਮ ਕਰੇਗਾ ਫਿਰ ਤੇਰੇ ਪਾਪ ਧੋਤੇ ਜਾਣੇ। ਇਹ ਕਿਸੇ ਦੀ ਇਸ ਤਰ੍ਹਾਂ ਦੇਵਤਿਆਂ ਦੀ ਜਾਂ ਕਿਸੇ ਮੂਰਤੀ ਦੀ ਪੂਜਾ ਕਰਨ ਨਾਲ ਤੇਰੇ ਪਾਪ ਨਹੀਂ ਧੋਤੇ ਜਾਣੇ। ਤੇਰੇ ਕਰਮ ਕਿਹੋ ਜਿਹਾ ਇਹ ਤੇਰੇ 'ਤੇ ਡਿਪੈਂਡ ਕਰਦਾ। ਚੰਗੇ ਕੰਮ ਕਰੇਗਾ ਜੀਵਨ ਚੰਗਾ ਬਣੇਗਾ। ਤੇ ਮਾਲਿਕ ਜੀ ਅੱਗੇ ਤੀਸਰੀ ਉਦਾਹਰਨ ਦਿੰਦੇ ਨੇ, ਅਨਕ ਪਾਤਕ ਹਰਤਾ। ਪਾਤਕ ਦਾ ਅਰਥ ਹੁੰਦਾ ਪਾਪ ਨਾਸ਼ ਕਰਨ ਵਾਲਾ। ਤ੍ਰਿਭਵਨ ਨਾਥਰੀ, ਕਹਿੰਦੇ ਵੇਖ ਸ਼ਿਵ ਜੀ ਨੂੰ ਸਾਰੇ ਜਗਤ ਦਾ ਨਾਥ ਸਮਝਿਆ ਜਾਂਦਾ। ਸ਼ਿਵ ਜੀ ਨੂੰ ਕਹਿੰਦੇ ਹੋਰਾਂ ਜੀਵਾਂ ਦੇ ਕਦੇ ਅਨੇਕਾਂ ਪਾਪਾਂ ਦਾ ਨਾਸ਼ ਕਰਨ ਵਾਲਾ ਵੀ ਕਹਿੰਦੇ ਸਮਝਿਆ ਜਾਂਦਾ ਆ। ਅੱਗੇ ਕਹਿੰਦੇ ਤੀਰਥ ਤੀਰਥ ਭ੍ਰਮਤਾ ਲਹਿ ਨਾ ਪਾਰਰੀ, ਕਹਿੰਦੇ ਪਰ ਉਹ ਸ਼ਿਵ ਜੀ ਹਰੇਕ ਤੀਰਥ ਉੱਤੇ ਕਹਿੰਦੇ ਭਟਕਦਾ ਫਿਰਿਆ। ਕਹਿੰਦੇ ਭਾਵ ਫਿਰ ਵੀ ਕਹਿੰਦੇ ਜਿਹੜੀ ਖੋਪਰੀ ਤੋਂ ਕਹਿੰਦੇ ਉਹਦੀ ਖਲਾਸੀ ਨਹੀਂ ਹੋਈ। ਕਰਮਕਾਰ ਕਹਿੰਦੇ ਕਪਾਲ ਮਫੀਟ ਸ੍ਰੀ, ਮਾਲਿਕ ਜੀ ਕਹਿੰਦੇ ਨੇ ਬ੍ਰਹਮ ਹੱਤਿਆ ਦੇ ਕੀਤੇ ਕਰਮ ਅਨੁਸਾਰ ਉਹਨੂੰ ਸਜ਼ਾ ਮਿਲੀ। ਕਹਿੰਦੇ ਸ਼ਿਵ ਜੀ ਦੇ ਹੱਥ ਨਾਲੋਂ ਕਹਿੰਦੇ ਉਹ ਖੋਪਰੀ ਨਹੀਂ ਲੈ ਸਕੀ। ਹੁਣ ਖੋਪਰੀ ਕਿਹੜੀ, ਇਹਦਾ ਇਤਿਹਾਸ ਕੀ ਆ, ਇਹਦੀ ਕਹਾਣੀ ਕੀ ਬਣਾਈ ਗਈ ਆ। ਹੁਣ ਤੁਸੀਂ ਕਪਾਲ ਮੋਚਨ ਨਾਮ ਦਾ ਸਥਾਨ ਸੁਣਿਆ, ਜਿੱਥੇ ਲੋਕ ਬੜਾ ਇਸ਼ਨਾਨ ਪਾਣੀ ਕਰਨ ਜਾਂਦੇ, ਕਹਿੰਦੇ ਇੱਥੇ ਪਾਪ ਧੋਤੇ ਜਾਣਗੇ। ਮਨੁੱਖ ਘਰ ਦੇ ਵਿੱਚ ਆਪਣੀ ਸੋਚ ਨਹੀਂ ਬਦਲਦਾ,
ਕੰਮ ਚੰਗੇ ਨਹੀਂ ਕਰਦਾ, ਕਹਿੰਦਾ ਮੇਰਾ ਪਾਪ ਵੀ ਧੋਤੇ ਜਾਣ ਪਰ ਮੈਂ ਕੰਮ ਚੰਗੇ ਵੀ ਨਾ ਕਰਾਂ। ਤੇ ਗੁਰੂ ਪਿਆਰ ਵਾਲਿਓ, ਕੰਮ ਤੂੰ ਚੰਗੇ ਨਹੀਂ ਕਰਦਾ, ਪਾਪ ਤੇਰੇ ਭਾਵੇਂ ਜਿੱਥੇ ਮਰਜ਼ੀ ਚੱਲ ਜਾ, ਕਿਤੇ ਵੀ ਨਹੀਂ ਧੋਤੇ ਜਾਣੇ। ਤੇਰੇ ਪਾਪ ਉਦੋਂ ਧੋਤੇ ਜਾਣੇ ਜਦੋਂ ਚੰਗੇ ਕੰਮ ਕਰੇਗਾ। ਹੁਣ ਇਹਦੇ ਨਾਲ ਕਹਾਣੀ ਇਹ ਜੋੜੀ ਗਈ, ਕਹਿੰਦੇ ਕਪਾਲ ਮੋਚਨ, ਕਹਿੰਦੇ ਜਿਹੜਾ ਸ਼ਿਵ ਜੀ ਸੀ, ਜਿਹੜਾ ਬ੍ਰਹਮਾ ਸੀਗਾ, ਤੇ ਗੁਰੂ ਪਿਆਰ ਵਾਲਿਓ ਹੁਣ ਜਿਹੜਾ ਬ੍ਰਹਮਾ ਸੀ, ਕਹਿੰਦੇ ਇੱਕ ਜੱਗ ਦੇ ਵਿੱਚ ਬੈਠੇ ਹੋਇਆ ਬ੍ਰਹਮਾ ਜਿਹੜਾ ਆਪਣੀ ਲੜਕੀ ਉੱਤੇ ਮੋਹਿਤ ਹੋ ਗਿਆ। ਬ੍ਰਹਮਾ ਨੇ ਕਹਿੰਦੇ ਆਪਣੀ ਲੜਕੀ ਨੂੰ ਮੈਲੀ ਅੱਖ ਨਾਲ ਵੇਖਿਆ। ਇਹ ਇਹਨਾਂ ਦੀਆਂ ਕਹਾਣੀਆਂ ਵਿੱਚ ਲਿਖਿਆ ਹੋਇਆ ਆ। ਤੇ ਗੁਰੂ ਪਿਆਰ ਵਾਲਿਓ, ਇਹ ਜਿਹੜਾ ਹਵਾਲਾ ਭਗਤ ਤਰਲੋਚਨ ਜੀ ਨੇ ਆਪਣੀ ਬਾਣੀ 'ਚ ਦਿੱਤਾ, ਇਹ ਕੋਈ ਝੂਠੀਆਂ ਗੱਲਾਂ ਨਹੀਂ ਹੈ, ਇਹ ਲਿਖਿਆ ਗਿਆ ਆ। ਤੇ ਕਹਿੰਦੇ ਬ੍ਰਹਮਾ ਜੀ ਨੇ ਆਪਣੀ ਲੜਕੀ ਜਿਹੜੀ ਸੀ ਨਾ ਸਰਸਵਤੀ, ਉਹਨੂੰ ਮੈਲੀ ਅੱਖ ਨਾਲ ਵੇਖਿਆ। ਤੇ ਉੱਥੇ ਕਹਿੰਦੇ ਸ਼ਿਵ ਜੀ ਵੀ ਮੌਜੂਦ ਸੀ। ਕਹਿੰਦੇ ਸ਼ਿਵ ਜੀ ਨੇ ਕਹਿੰਦੇ ਫਿਰ ਹੁਣ ਬ੍ਰਹਮਾ ਦੇ 4 ਸਿਰ ਹੁੰਦੇ ਆ, ਇਹਨਾਂ ਦੇ ਮੁਤਾਬਕ 4 ਸਿਰ ਆ ਕਹਿੰਦੇ ਬ੍ਰਹਮਾ ਦੇ। ਕਹਿੰਦੇ ਪਹਿਲਾਂ 5 ਹੁੰਦੇ ਸੀ, ਉਹ 5ਵਾਂ ਸਿਰ ਜਿਹੜਾ ਕਹਿੰਦੇ ਸ਼ਿਵ ਜੀ ਨੇ ਆਪਣੇ ਤਰਸ਼ੂਲ ਦੇ ਨਾਲ ਕਹਿੰਦੇ ਵੱਢ ਦਿੱਤਾ, 5ਵਾਂ ਸਿਰ ਕੱਟ ਦਿੱਤਾ। ਇਸ ਕਰਕੇ ਕਹਿੰਦੇ 4 ਰਹਿ ਗਏ। ਫਿਰ ਕਹਿੰਦੇ ਉਹ ਜਿਹੜੀ ਖੋਪਰੀ, ਜਿਹੜਾ ਉਹ ਸਿਰ ਸੀਗਾ ਨਾ, ਉਹ ਸ਼ਿਵ ਜੀ ਦੇ ਹੱਥ ਦੇ ਨਾਲ ਚਿੰਬੜ ਗਿਆ। ਹੱਥ ਦੇ, ਕਪਾਲ ਦਾ ਮਤਲਬ ਹੁੰਦਾ ਖੋਪੜੀ, ਕਪਾਲ ਦਾ ਅਰਥ ਕੀ ਆ? ਖੋਪਰੀ। ਹੁਣ ਕਹਿੰਦੇ ਉਹ ਸ਼ਿਵ ਜੀ ਦੇ ਹੱਥ ਨਾਲ ਉਹ ਜਿਹੜਾ ਸਿਰ ਚਿੰਬੜ ਗਿਆ। ਕਹਿੰਦੇ ਫਿਰ ਉਹ ਸ਼ਿਵ ਜੀ ਜਿਹੜੇ ਅਨੇਕਾਂ ਤੀਰਥਾਂ ਤੇ ਭਟਕੇ, ਅਨੇਕਾਂ ਤੀਰਥਾਂ ਤੇ ਗਏ। ਫਿਰ ਬ੍ਰਹਮਾ ਨੂੰ ਪੁੱਛਿਆ ਗਿਆ, ਕਿਉਂਕਿ ਬ੍ਰਹਮਾ ਜਿਹੜਾ ਬ੍ਰਾਹਮਣ ਸੀਗਾ, ਇਹਨਾਂ ਦੇ ਗ੍ਰੰਥਾਂ ਦੇ ਮੁਤਾਬਕ ਇਹ ਗੱਲ ਕਹੀ ਜਾਂਦੀ ਆ ਕਿ ਜਿਹੜਾ ਬ੍ਰਾਹਮਣ ਆ, ਚਾਹੇ ਭਾਵੇਂ ਭੈੜੇ ਆਚਰਣ ਵਾਲਾ ਹੋਵੇ, ਜਿੱਦਾਂ ਦਾ ਮਰਜ਼ੀ ਹੋਵੇ ਬ੍ਰਾਹਮਣ, ਕਹਿੰਦੇ ਉਹ ਫਿਰ ਵੀ ਪਵਿੱਤਰ ਹੁੰਦਾ ਆ। ਜੇਕਰ ਉਹਨੂੰ ਕੋਈ ਮਾੜਾ ਆਖਿਆ, ਕਹਿੰਦੇ ਉਹਨੂੰ ਪਾਪ ਲੱਗਦਾ ਆ, ਉਹਨੂੰ ਸਜ਼ਾ ਮਿਲਦੀ ਆ। ਭਾਵੇਂ ਉਹ ਜਿਹੋ ਜਿਹਾ ਮਰਜ਼ੀ, ਕਿੱਦਾਂ ਦਾ, ਭਾਵੇਂ ਚੰਗਾ ਹੋਵੇ ਮਾੜਾ ਹੋਵੇ, ਜਿਹੋ ਜਿਹਾ ਮਰਜ਼ੀ ਹੋਵੇ, ਉਹਨਾਂ ਨੇ ਬ੍ਰਾਹਮਣ ਨੂੰ ਪਵਿੱਤਰ ਮੰਨਿਆ ਆ। ਤੇ ਕਹਿੰਦੇ ਫਿਰ ਬਾਅਦ ਵਿੱਚ ਕਹਿੰਦੇ ਸ਼ਿਵ ਜੀ ਕਹਿੰਦੇ ਇਸ ਜਗ੍ਹਾ ਉੱਤੇ ਆਇਆ, ਕਪਾਲ ਮੋਚਨ ਜਿੱਥੇ ਬਣਿਆ ਹੋਇਆ ਸਥਾਨ, ਕਪਾਲ ਮੋਚਨ, ਕਹਿੰਦੇ ਉੱਥੇ ਆਇਆ। ਉੱਥੇ ਜਾ ਕੇ ਕਹਿੰਦੇ ਉਹਨੇ ਤੀਰਥ ਵਿੱਚ ਨਹਾਤਾ। ਤੇ ਫਿਰ ਕਹਿੰਦੇ ਖੋਪਰੀ ਜਿਹੜੀ ਹੱਥ ਨਾਲ ਲਿੱਥ ਗਈ, ਉੱਥੇ ਜਿਹੜਾ ਫਿਰ ਸਥਾਨ ਬਣ ਗਿਆ ਕਪਾਲ ਮੋਚਨ। ਮੋਚਨ ਦਾ ਅਰਥ ਕੀ ਆ? ਮੁਕਤੀ, ਆਜ਼ਾਦੀ। ਕਪਾਲ ਹੁੰਦਾ ਆ ਖੋਪਰੀ, ਭਾਵ ਕਿ ਖੋਪਰੀ ਤੋਂ ਖਲਾਸੀ ਮਿਲ ਗਈ, ਆਜ਼ਾਦੀ ਮਿਲ ਗਈ। ਇਹ ਜਿਹੜੀ ਕਹਾਣੀ ਘੜੀ ਗਈ। ਪਰ ਮਾਲਿਕ ਜੀ ਕਹਿੰਦੇ ਨੇ ਭਲਿਆ ਵੇਖ, ਕਹਿੰਦੇ ਉਸ ਸ਼ਿਵ ਜੀ ਨੂੰ ਵੀ ਬ੍ਰਾਹਮਣ ਦੇ ਜਿਹੜੇ ਹੱਤਿਆ ਦੇ ਕੀਤੇ ਕਰਮ ਦੇ ਅਨੁਸਾਰ ਕਹਿੰਦੇ ਉਹਨੂੰ ਵੀ ਸਜ਼ਾ ਮਿਲੀ, ਉਹਦੇ ਹੱਥ ਨਾਲ ਖੋਪੜੀ ਚਿੰਬੜ ਗਈ। ਫਿਰ ਤੇਰਾ ਪਾਰ ਉਤਾਰਾ ਕਿਵੇਂ ਕਰ ਸਕਦਾ ਆ? ਉਹ ਤੇਰੇ ਜੀਵਨ ਨੂੰ, ਤੇਰੇ ਜੀਵਨ ਦੇ ਪਾਪ ਕਿਵੇਂ ਧੋਤੇ ਜਾ ਸਕਦੇ ਆ? ਗੁਰੂ ਪਿਆਰ ਵਾਲਿਓ, ਜਿਨ੍ਹਾਂ ਨੇ ਇਹ ਕਥਾ ਕਹਾਣੀਆਂ ਸੁਣੀਆਂ ਹੋਣਗੀਆਂ ਨਾ, ਉਹਨਾਂ ਨੂੰ ਆਸਾਨੀ ਨਾਲ ਇਹ ਵਿਚਾਰ ਸਮਝ ਆ ਜਾਵੇਗੀ। ਪਰ ਜਿਨ੍ਹਾਂ ਨੇ ਪਹਿਲੀ ਵਾਰ ਸੁਣ ਰਹੇ ਆ, ਉਹ ਹੈਰਾਨ ਵੀ ਹੋਣਗੇ, ਕਿਉਂਕਿ ਉਹਨਾਂ ਨੇ ਕਦੀ ਸੁਣਿਆ ਨਹੀਂ ਕਿ ਇਹੋ ਕੁਝ ਵੀ ਹੁੰਦਾ ਹੋਇਆ ਹੋਵੇਗਾ। ਉਹਨਾਂ ਦੀਆਂ ਕਹਾਣੀਆਂ ਮੁਤਾਬਕ, ਇਹ ਉਹਨਾਂ ਦੀਆਂ ਕਹਾਣੀਆਂ ਮੁਤਾਬਕ ਆਪਣੇ ਕੋਲ ਕੁਝ ਨਹੀਂ ਹੈ ਜੋ ਉਹਨਾਂ ਨੇ ਲਿਖਿਆ ਆ। ਕਹਿੰਦੇ ਅੰਮ੍ਰਿਤ ਸੱਸੀ ਧੇਨ ਲక్ష్ਮੀ ਕਲਪੱਤਰ। ਹੁਣ ਅਗਲੀ ਉਦਾਹਰਨ ਦਿੰਦੇ ਨੇ, ਚੌਥੀ ਉਦਾਹਰਨ ਕਹਿੰਦੇ ਨੇ ਵੇਖੋ ਸਮੁੰਦਰ ਜਿਹੜਾ ਨਾ, ਸਾਰੀਆਂ ਨਦੀਆਂ ਦਾ ਕੀ ਆ? ਨਾਥ। ਅੰਮ੍ਰਿਤ ਸੱਸੀ ਧੇਨ ਲక్ష్ਮੀ ਕਲਪੱਤਰ ਸਿਖਰ ਸੁਨਾਗਰ ਨਦੀ ਚੇ ਨਾਥੰ। ਨਦੀ ਚੇ ਨਾਥੰ ਭਾਵ ਸਾਰੇ ਸਮੁੰਦਰ ਜਿਹੜਾ, ਸਾਰੇ ਨਦੀਆਂ ਦਾ ਜਿਹੜਾ ਨਾ ਮਾਲਿਕ ਜੀ ਕਹਿੰਦੇ ਨਾਥ ਆ। ਤੇ ਗੁਰੂ ਪਿਆਰ ਵਾਲਿਓ, ਉਸ ਵਿੱਚੋਂ ਕਹਿੰਦੇ ਇਹ ਮੰਨਿਆ ਜਾਂਦਾ, ਕਹਿੰਦੇ 14 ਰਤਨ ਕੱਢੇ ਗਏ। ਹੁਣ ਜਿਹੜਾ ਹਿਮਾਲਿਆ ਪਰਬਤ ਸੀ, ਸੁਮੇਰ ਪਰਬਤ, ਉਹਨੂੰ ਕੀ ਬਣਾਇਆ ਗਿਆ? ਜਿਵੇਂ ਮਧਾਣੀ ਵਿੱਚ ਦੁੱਧ ਰਿੜਕਦੇ ਆ, ਉਹਨੂੰ ਮਧਾਣਾ ਬਣਾਇਆ ਗਿਆ ਸੁਮੇਰ ਪਰਬਤ ਨੂੰ। ਜਿਹੜਾ ਸ਼ੇਸ਼ਨਾਗ ਸੀਗਾ, ਉਹਨੂੰ ਨੇਤਰਾਂ ਬਣਾਈਆਂ ਗਈਆਂ, ਭਾਵ ਕਿ ਰੱਸੀ ਜਿਹਦੇ ਰਾਹੀਂ ਘੁਮਾਇਆ ਜਾਂਦਾ ਮਧਾਣੇ ਨੂੰ, ਸ਼ੇਸ਼ਨਾਗ ਨੂੰ। ਇੱਕ ਪਾਸੇ ਦੈਂਤ ਆ, ਰਾਖਸ਼ ਆ, ਕਹਿੰਦੇ ਇੱਕ ਪਾਸੇ ਦੇਵਤੇ ਆ। ਕਹਿੰਦੇ ਫਿਰ ਉਹਦੇ ਵਿੱਚ 14 ਰਤਨ ਨਿਕਲੇ। ਉਹ 14 ਜਿਹੜੇ ਰਤਨ ਕਿਹੜੇ ਸੀਗੇ? ਕਹਿੰਦੇ ਅੰਮ੍ਰਿਤ ਸੱਸੀ ਸੇ ਧੇਨ ਲక్ష్ਮੀ ਕਲਪੱਤਰ। ਸੱਸੀ ਹੁੰਦਾ ਚੰਦਰਮਾ, ਕਹਿੰਦੇ ਚੰਦਰਮਾ ਨਿਕਲਿਆ। ਧੇਨ ਭਾਵ ਕਿ ਇੱਕ ਗਾਂ ਨਿਕਲੀ ਆ। ਗਾਂ ਕਿਹੜੀ? ਕਹਿੰਦੇ ਉਹ ਹਰੇਕ ਦੀ ਇੱਛਾ ਪੂਰੀ ਕਰਨ ਵਾਲੀ ਉਹ ਗਾਂ ਆ। ਕਹਿੰਦੇ ਲక్ష్ਮੀ ਧਨ ਦੌਲਤ ਨਿਕਲੀ। ਕਲਪੱਤਰ, ਕਲਪੱਤਰ ਭਾਵ ਕਿ ਮਨੋਕਾਮਨਾ ਪੂਰੀ ਕਰਨ ਵਾਲਾ ਇੱਕ ਰੁੱਖ, ਪਾਰਜਾਤ ਰੁੱਖ। ਕਹਿੰਦੇ ਉਸ ਰੁੱਖ ਦੇ ਥੱਲੇ ਤੁਸੀਂ ਜਾ ਕੇ ਬਹਿ ਜਾਓ, ਜੋ ਤੁਹਾਡੇ ਮਨ ਦੀ ਇੱਛਾ ਉਹ ਪੂਰੀ ਹੋ ਜਾਵੇਗੀ ਉਹਨਾਂ ਦੇ ਮੁਤਾਬਕ। ਪਰ ਇਹੋ ਜਿਹਾ ਕੁਝ ਨਹੀਂ ਹੁੰਦਾ। ਸਿਖਰ ਸੁਨਾਗਰ,
ਕਹਿੰਦੇ ਸਿਖਰ ਦਾ ਅਰਥ ਕੀ ਆ? ਭਾਵ ਕਿ ਲੰਮੇ ਕੰਮੇ ਵਾਲਾ, ਭਾਵ ਕਿ 7 ਮੂੰਹਾਂ ਵਾਲਾ ਘੋੜਾ। ਸੁਨਾਗਰ ਕਹਿੰਦੇ ਆ, ਕਹਿੰਦੇ ਬੜਾ ਧਨੰਤਰ ਵੈਦ, ਸਿਆਣਾ ਵੈਦ ਨਿਕਲਿਆ ਨਦੀ ਚ ਨਾਥ। ਕਹਿੰਦੇ ਇਹ ਜਿਹੜੇ 14 ਰਤਨ ਆ ਉਸ ਸਮੁੰਦਰ ਦੇ ਵਿੱਚੋਂ ਨਿਕਲੇ। ਕਰਮ ਕਰ ਖਾਰ ਮਪੀਠਸਰੀ। ਪਰ ਮਾਲਿਕ ਜੀ ਕਹਿੰਦੇ ਹੇ ਮੇਰੀ ਇਹ ਜਿੰਦੇ, ਕਹਿੰਦੇ ਆਪਣੇ ਕੀਤੇ ਮੰਦੇ ਕੰਮਾਂ ਕਰਕੇ ਸਮੁੰਦਰ ਦਾ ਪਾਣੀ ਕਹਿੰਦੇ ਖਾਰਾ ਸੀਗਾ, ਉਹ ਕਹਿੰਦੇ ਖਾਰਾ ਨਹੀਂ ਹਟਿਆ, ਉਹਦਾ ਪਾਣੀ ਕਹਿੰਦੇ ਖਾਰਾ ਆ। ਹੁਣ ਇਹਨਾਂ ਦੇ ਮੁਤਾਬਕ ਸਮੁੰਦਰ ਦਾ ਖਾਰਾ ਪਾਣੀ ਕਿਵੇਂ ਹੋਇਆ? ਕਹਿੰਦੇ ਇੱਕ ਟਟੀਰੀ ਦੇ ਬੱਚੇ ਸੀ, ਕਹਿੰਦੇ ਸਮੁੰਦਰ ਉਹਨਾਂ ਨੂੰ ਰੋੜ ਕੇ ਲੈ ਗਿਆ, ਇਸ ਕਰਕੇ ਕਹਿੰਦੇ ਸਮੁੰਦਰ ਦਾ ਪਾਣੀ ਖਾਰਾ ਹੋ ਗਿਆ। ਪਰ ਜੇਕਰ ਅਸੀਂ ਵਿਗਿਆਨਕ ਸੋਚ ਨਾਲ ਵੇਖੀਏ, ਵਿਗਿਆਨਕ ਢੰਗ ਨਾਲ ਵੇਖੀਏ, ਸਾਇੰਸ ਦੇ ਨਾਲ ਵੇਖੀਏ, ਸਮੁੰਦਰ ਦਾ ਪਾਣੀ ਖਾਰਾ ਕਿਵੇਂ ਹੁੰਦਾ, ਅਸੀਂ ਉਹ ਗੱਲ ਮੰਨਣ ਲਈ ਤਿਆਰ ਨਹੀਂ ਹੋਵਾਂਗੇ। ਅਸੀਂ ਇਹ ਕਹਾਣੀ ਤੇ ਵਿਸ਼ਵਾਸ ਕਰ ਲਵਾਂਗੇ ਕਿਉਂਕਿ ਸਾਡੇ ਮਨਾਂ ਵਿੱਚ ਇਹ ਵਸਾ ਦਿੱਤੀਆਂ ਗਈਆਂ। ਪਰ ਅੱਜ ਐਜੂਕੇਸ਼ਨ ਦੇ ਜ਼ਮਾਨੇ ਵਿੱਚ ਇਹਨਾਂ ਜਿਹੜੀਆਂ ਕਹਾਣੀਆਂ ਘੜੀਆਂ ਗਈਆਂ, ਕੋਈ ਵੀ ਬੱਚਾ ਸਾਡਾ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਹੋਵੇਗਾ ਕਿਉਂਕਿ ਅੱਜ ਸਾਡਾ ਮਾਈਂਡ ਇਹੋ ਜਿਹਾ ਬਣਿਆ ਹੋਇਆ, ਤਰਕ ਵਾਲਾ, ਸਵਾਲ ਵਾਲਾ। ਤੇ ਗੁਰੂ ਪਿਆਰ ਵਾਲਿਓ, ਮਾਲਿਕ ਜੀ ਕਹਿੰਦੇ ਉਹ ਆਪਣੇ ਕੀਤੇ ਮੰਦੇ ਕੰਮਾਂ ਅਨੁਸਾਰ ਸਮੁੰਦਰ ਦਾ ਪਾਣੀ ਕਹਿੰਦੇ ਖਾਰਾ ਨਿਕਲਿਆ। ਹੁਣ ਗੁਰੂ ਪਿਆਰ ਵਾਲਿਓ ਉਹਦੇ ਵਿੱਚ 14 ਰਤਨ ਵੀ ਕੱਢੇ, ਦੂਸਰੇ ਪਾਸੇ ਕਹਿੰਦੇ ਭਾਈ ਸਮੁੰਦਰ ਦਾ ਪਾਣੀ ਖਾਰਾ ਵੀ ਆ। ਤੇ ਮਾਲਿਕ ਜੀ ਕਹਿੰਦੇ ਭਾਈ ਜੇਕਰ ਉਹ ਸਮੁੰਦਰ ਦਾ ਪਾਣੀ ਖਾਰਾ ਨਹੀਂ ਹਟ ਸਕਿਆ ਫਿਰ ਤੇਰਾ ਜੀਵਨ ਕਿਵੇਂ ਸਵਰ ਜਾਵੇਗਾ, ਤੇਰੇ ਪਾਪ ਕਿਵੇਂ ਧੋਤੇ ਜਾਣਗੇ। ਅੱਗੇ ਕਹਿੰਦੇ ਨੇ ਦਾ ਦੀਲੇ ਲੰਕਾ ਗੜ ਉਪਾੜੀ ਲੈ ਬਾ ਰਾਵਣ ਬਣ। ਦਾ ਦੀਲੇ ਸਾੜ ਦਿੱਤਾ, ਉਪਾੜੀ ਲੈ ਪੁੱਟ ਦਿੱਤਾ। ਕਹਿੰਦੇ ਹਨੂਮਾਨ ਜੀ ਨੇ ਅਗਲੀ ਉਦਾਹਰਨ ਦਿੰਦੇ ਨੇ, ਕਹਿੰਦੇ ਹਨੂਮਾਨ ਜੀ ਨੇ ਸ਼੍ਰੀ ਰਾਮ ਚੰਦਰ ਜੀ ਖਾਤਰ ਲੰਕਾ ਦਾ ਕਿਲਾ ਸਾੜਿਆ, ਰਾਵਣ ਦਾ ਕਹਿੰਦੇ ਬਾਗ ਉਜਾੜ ਦਿੱਤਾ। ਸਲ ਵਿਸਲ ਆਣ ਤੋਖਲੇ ਹਰੀ। ਕਹਿੰਦੇ ਸਲ ਦੂਰ ਕਰਨ ਵਾਲੀ, ਭਾਵ ਕਿ ਦੁੱਖ ਦੂਰ ਕਰਨ ਵਾਲੀ ਕਹਿੰਦੇ ਬੂਟੀ ਲਿਆ ਕੇ ਸ਼੍ਰੀ ਰਾਮ ਚੰਦਰ ਜੀ ਨੂੰ ਦਿੱਤੀ ਤੇ ਸ਼੍ਰੀ ਰਾਮ ਚੰਦਰ ਜੀ ਨੂੰ ਪ੍ਰਸੰਨ ਕੀਤਾ, ਖੁਸ਼ ਕਰ ਦਿੱਤਾ। ਤੇ ਅੱਗੇ ਕਹਿੰਦੇ ਭਗਤ ਤਲੋਚਨ ਜੀ ਕਹਿੰਦੇ ਕਰਮ ਕਰ ਕਛੋਟੀ ਮਪੀਠਸਰੀ। ਕਹਿੰਦੇ ਪਰ ਆਪਣੇ ਕੀਤੇ ਕੰਮਾਂ ਦੇ ਅਨੁਸਾਰ ਕਹਿੰਦੇ ਹਨੂਮਾਨ ਦੇ ਭਾਗਾਂ ਵਿੱਚ ਉਹਨੂੰ ਕੀ ਮਿਲਿਆ? ਕਹਿੰਦੇ ਉਹਨੂੰ ਸਿਰਫ ਲੰਗੋਟ ਮਿਲਿਆ, ਬਾਕੀ ਸਾਰਾ ਬਦਨ ਹਨੂਮਾਨ ਦੇ ਬਦਨ ਤੇ ਕੋਈ ਕੱਪੜਾ ਨਹੀਂ, ਸਿਰਫ ਲੰਗੋਟ ਮਿਲਿਆ ਉਹਨੂੰ। ਉਹਨੇ ਇੰਨੀ ਸਾਰੀ ਸੇਵਾ ਕੀਤੀ, ਇੰਨਾ ਕੁਝ ਕੀਤਾ, ਲੰਕਾ ਨੂੰ ਸਾੜਿਆ। ਤੇ ਗੁਰੂ ਪਿਆਰ ਵਾਲਿਓ ਜਿਹੜੀ ਜੜੀਆਂ ਬੂਟੀਆਂ ਲਿਆ ਦਿੱਤੀਆਂ, ਕਹਿੰਦੇ ਇੰਨੀ ਸੇਵਾ ਕਰਨ ਦੇ ਬਾਵਜੂਦ ਉਹਨੂੰ ਸਿਰਫ ਇੱਕ ਲੰਗੋਟ ਪ੍ਰਾਪਤ ਹੋਇਆ, ਉਹ ਆਪਣੇ ਕੰਮਾਂ ਦੇ ਅਨੁਸਾਰ। ਤੇ ਭਗਤ ਤਲੋਚਨ ਜੀ ਕਹਿੰਦੇ ਉਹ ਤੈਨੂੰ ਕੀ ਕੁਝ ਦੇਣਗੇ, ਉਹ ਤੇਰਾ ਕੀ ਸਵਾਰ ਦੇਣਗੇ। ਅੱਗੇ ਕਹਿੰਦੇ ਨੇ ਪੂਰਬਲੋ ਕ੍ਰਿਤ ਕਰਮ ਨਾ ਮਿਟੇ। ਮਾਲਿਕ ਜੀ ਕਹਿੰਦੇ ਹੇ ਮੇਰੀਏ ਜਿੰਦੇ, ਤੇਰੇ ਜੀਵਨ ਦੇ ਅੰਦਰ ਜਿਹੜੇ ਕੀਤੇ ਹੋਏ ਕਰਮ ਨਾ, ਕਹਿੰਦੇ ਇਹ ਅਵਤਾਰ ਪੂਜਾ, ਤੀਰਥ ਇਸ਼ਨਾਨ, ਦੇਵ ਪੂਜਾ, ਇਹਨਾਂ ਨਾਲ ਨਹੀਂ ਮਿਟਣੇ। ਇਹ ਕਿਵੇਂ ਮਿਟਣੇ ਆ? ਰੀ ਘਰ ਗੇਹਣ ਤਾ ਚੇ ਮੋਹੇ ਜਾਪੀਲੇ ਰਾਮ ਚੇ ਨਾਮ। ਕਹਿੰਦੇ ਇਹਨਾਂ ਰਾਹੀਂ ਇਹ ਕੁਝ ਨਹੀਂ ਮਿਟਦਾ। ਕਹਿੰਦੇ ਇਸੇ ਕਰਕੇ ਤਾਂ ਮੈਂ ਪ੍ਰਮਾਤਮਾ ਦਾ ਨਾਮ ਜਪਦਾ ਆ, ਇਸੇ ਕਰਕੇ ਤਾਂ ਮੈਂ ਮਾਲਕ ਦਾ ਨਾਮ ਜਪਦਾ। ਨਾਮ ਜਪਣਾ ਕੀ ਆ? ਉਹਦੇ ਗੁਣਾਂ ਨੂੰ ਜੀਵਨ 'ਚ ਵਸਾਉਣਾ ਆ, ਚੰਗੇ ਕੰਮ ਕਰਦਾ ਆ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਮੈਂ ਸੋਹਣੇ ਕੰਮ ਕਰਦਾ, ਇਸ ਕਰਕੇ ਮੇਰਾ ਜੀਵਨ ਪਾਪਾਂ ਤੋਂ ਰਹਿਤ ਆ। ਕਿਸੇ ਦੀ ਪੂਜਾ ਕਰਨ ਦੇ ਨਾਲ ਸਾਡੇ ਪਾਪ ਨਹੀਂ ਧੋਤੇ ਜਾਣੇ, ਸਾਡੇ ਪਾਪ ਧੋਤੇ ਜਾਣੇ ਚੰਗੇ ਕੰਮ ਕਰਨ ਦੇ ਨਾਲ। ਤੇ ਸਤਿਗੁਰੂ ਦੀ ਬਾਣੀ ਨੇ ਕਰਮ ਨੂੰ ਪ੍ਰਧਾਨ ਮੰਨਿਆ। ਕਰਮ ਆਪਣੇ ਜੀਵਨ 'ਚ ਚੰਗੇ ਕੰਮ ਕਰ, ਫਿਰ ਤੇਰੇ ਜੀਵਨ 'ਚ ਸੁੱਖ ਵੀ ਆਉਣਗੇ, ਤੇਰਾ ਜੀਵਨ ਖੁਸ਼ ਵੀ ਰਹੇਗਾ। ਬਦਤ ਤਰਲੋਚਨ ਰਾਮ ਜੀ। ਭਗਤ ਤਰਲੋਚਨ ਜੀ ਆਖਦੇ ਨੇ, ਕਹਿੰਦੇ ਮੈਂ ਤਾਂ ਰਾਮ ਰਾਮ ਹੀ ਜਪਦਾ, ਭਾਵ ਮੈਂ ਤਾਂ ਰੱਬ ਦਾ ਨਾਮ ਲੈਣਾ, ਮੈਂ ਪਰਮਾਤਮਾ ਦਾ ਓਟ ਆਸਰਾ ਲੈਂਦਾ ਆ। ਇਸ ਕਰਕੇ ਮੈਂ ਆਪਣੇ ਕਿਸੇ ਕੀਤੇ ਹੋਏ ਕਰਮ ਦੇ ਅਨੁਸਾਰ ਜੇਕਰ ਮੇਰੇ ਜੀਵਨ 'ਚ ਕੋਈ ਦੁੱਖ ਆਉਂਦਾ, ਵਿਪਤਾਵਾਂ ਆਉਂਦੀਆਂ ਨੇ, ਮੈਂ ਇਹਦਾ ਕਹਿੰਦੇ ਦੋਸ਼ ਰੱਬ ਨੂੰ ਨਹੀਂ ਦੇਣਾ ਕਿ ਰੱਬ ਨੇ ਮੇਰੇ ਨਾਲ ਮਾੜਾ ਕੀਤਾ। ਇਹ ਤਾਂ ਮੇਰੇ ਆਪਣੇ ਕੀਤੇ ਕਰਮਾਂ ਦੇ ਮੁਤਾਬਕ ਮੇਰੇ ਜੀਵਨ 'ਚ ਦੁੱਖ ਆ ਰਹੇ ਨੇ। ਸਤਿਗੁਰੂ ਦੀ ਬਾਣੀ ਪੜ੍ਹਦੇ ਨਾ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕਿ ਅਸੀਂ ਆਪਣੇ ਕੀਤੇ ਕਰਮਾਂ ਮੁਤਾਬਕ ਗੁਰੂ ਨਾਲ ਜੁੜੇ ਹਾਂ, ਰੱਬ ਦੇ ਨੇੜੇ ਹਾਂ। ਤੇ ਜੇਕਰ ਕਰਮ ਸਾਡੇ ਚੰਗੇ ਨਹੀਂ ਤੇ ਫਿਰ ਰੱਬ ਤੋਂ ਦੂਰ ਹੋ ਜਾਵਾਂਗੇ। ਮਾਲਿਕ ਜੀ ਦੀ ਬਾਣੀ ਪੜ੍ਹਦੇ ਨਾ, ਜਿਹਾ ਬੀਜੈ ਸੋ ਲੁਣੇ ਕਰਮਾ ਸੰਜੜਾ ਖੇਤ, ਕਿ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਸਾਨੂੰ ਫਲ ਮਿਲਣਾ ਆ। ਸੋ ਸਤਿਗੁਰੂ ਜੀ ਕਿਰਪਾ ਰਹਿਮਤ ਕਰਨ।
ਕਿ ਅਸੀਂ ਜੀਵਨ ਦੇ ਅੰਦਰ ਚੰਗੇ ਕਰਮ ਕਰੀਏ ਤੇ ਇਹ ਚੰਗੇ ਕਰਮ ਸਾਨੂੰ ਆਪ ਕਰਨੇ ਪੈਣੇ ਆ। ਚੰਗੇ ਕਰਮ ਉਹੀ ਕਰੇਗਾ ਜਿਹੜਾ ਫਿਰ ਚੰਗੀ ਸੋਚ ਰੱਖੇਗਾ, ਚੰਗੇ ਵਿਚਾਰ ਰੱਖੇਗਾ। ਤੇ ਜਿਹੜਾ ਮਨੁੱਖ ਮਾੜੇ ਕਰਮ ਕਰੇਗਾ ਉਹਦੀ ਸੋਚ ਵੀ ਮਾੜੀ ਆ, ਉਹ ਵਿਚਾਰ ਵੀ ਮਾੜੇ ਰੱਖਦੇ, ਫਿਰ ਉਹੋ ਜਿਹਾ ਉਹਦਾ ਜੀਵਨ ਬਣ ਜਾਂਦਾ ਆ। ਸੋ ਮਾਲਕ ਜੀ ਕਿਰਪਾ ਰਹਿਮਤ ਕਰਨ ਕਿ ਸਾਡਾ ਜੀਵਨ ਅਸੀਂ ਸੰਸਾਰ ਅੰਦਰ ਰਹਿ ਕੇ ਚੰਗੇ ਕੰਮ ਸੋਹਣੇ ਕੰਮ ਕਰੀਏ, ਫਿਰ ਸਾਡਾ ਜੀਵਨ ਸੁਖੀ ਆ ਸੋਹਣਾ ਬਣ ਜਾਵੇਗਾ। ਸੋ ਵਿਚਾਰਾਂ ਕਰਦਿਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।